ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਸਿੱਖ ਨਿਤ ਦਰਸ਼ਨ ਤੇ ਇਸ਼ਨਾਨ ਮੰਗਦਾ ਤੇ ਅਸੀਂ ਜਦੋਂ ਵੀ ਸਤਿਗੁਰ ਸੱਚੇ ਪਾਤਸ਼ਾਹ ਦਾ ਹੁਕਮ ਹੁੰਦਾ, ਜਦੋਂ ਵੀ ਮਨ ਕਰਦਾ ਉਦੋਂ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਈਦਾ। ਸਤਿਗੁਰਾਂ ਦਾ ਮਹਾਨ ਪਹਿਲਾ ਪ੍ਰਕਾਸ਼ ਦਿਹਾੜਾ ਜਿਹੜਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਮਨਾਇਆ ਗਿਆ, ਪੂਰੇ ਸੰਸਾਰ 'ਚ ਮਨਾਇਆ ਗਿਆ ਤੇ ਅਸੀਂ ਵੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਆਪਣੇ ਜਥੇ ਸਮੇਤ ਪਰਿਵਾਰ ਸਮੇਤ ਜਿਹੜਾ ਦਰਸ਼ਨ ਕਰਨ ਵਾਸਤੇ ਆਏ। ਸਿੰਘ ਸਾਹਿਬ, ਪਿਛਲੇ ਦਿਨੀ ਮੋਗੇ ਦੇ ਉੱਤੇ ਕਿਸਾਨਾਂ ਦੇ ਉੱਤੇ ਤਸ਼ੱਦਦ ਕੀਤੀ ਗਈ ਸੀ ਪੁਲਿਸ ਵੱਲੋਂ। ਬਹੁਤ ਮਾੜੀ ਗੱਲ ਆ। ਤਸ਼ੱਦਦ ਚਾਹੇ ਕਰਨਾਲ 'ਚ ਹੋਇਆ ਤੇ ਚਾਹੇ ਮੋਗਾ 'ਚ ਹੋਇਆ, ਇਹ ਲਾਠੀਆਂ ਕਿਸੇ ਮਸਲੇ ਦਾ ਹੱਲ ਨਹੀਂ ਆ। ਗੱਲਬਾਤ ਦੇ ਨਾਲ ਮਸਲੇ ਹੱਲ ਹੋਣੇ ਆ। ਜਿਹੜੇ ਲਾਠੀ ਚਾਰਜ ਕਰਕੇ ਸਰਕਾਰਾਂ ਜਿਹੜੀਆਂ ਕਰ ਰਹੀਆਂ, ਚਾਹੇ ਉਹ ਹਰਿਆਣਾ ਦੇ ਵਿੱਚ ਹੋਇਆ ਚਾਹੇ ਪੰਜਾਬ ਦੇ ਵਿੱਚ ਹੋਇਆ, ਇਹ ਬਹੁਤ ਮਾੜੀ ਗੱਲ ਆ। ਜੋ ਕਿਸਾਨਾਂ ਦੀਆਂ ਮੰਗਾਂ ਨੇ, ਕਿਸਾਨਾਂ ਨੂੰ ਵਿਦਆਊਟ ਵਾਇਲੈਂਸ ਬੜੀ ਅਮਨ ਸ਼ਾਂਤੀ ਦੇ ਨਾਲ ਆਪਣੀ ਮੰਗ ਜਿਹੜੀ ਉਹਦੇ ਵਾਸਤੇ ਜੋ ਧਰਨਾ ਮੁਜ਼ਾਹਰਾ ਕਰ ਰਿਹਾ, ਕੇਂਦਰ ਸਰਕਾਰ ਨੂੰ ਮੰਨਣਾ ਚਾਹੀਦਾ ਔਰ ਅਮਨ ਸ਼ਾਂਤੀ ਜਿਹੜੀ ਉਹ ਬਿਲਕੁਲ ਬਹਾਰ ਰਹਿਣੀ ਚਾਹੀਦੀ ਹੈ। ਵਾਇਲੈਂਸ ਜਿਹੜੀ ਉਹ ਕਿਸੇ ਵੱਲੋਂ, ਚਾਹੇ ਸਰਕਾਰ ਵੱਲੋਂ ਹੋਵੇ ਚਾਹੇ ਸਾਡੇ ਵੱਲੋਂ, ਇਹ ਕਿਸੇ ਵੱਲੋਂ ਪੈਦਾ ਨਹੀਂ ਹੋਣੀ ਚਾਹੀਦੀ। ਵਾਇਲੈਂਸ ਦੇ ਵਿੱਚ ਬਹੁਤ ਜ਼ਿਆਦਾ ਪਹਿਲਾਂ ਵੀ ਅਸੀਂ ਨੁਕਸਾਨ ਖਾਧਾ, ਹੁਣ ਵੀ ਨੁਕਸਾਨ ਹੋ ਰਿਹਾ। ਸੈਂਕੜੇ ਕਿਸਾਨਾਂ ਦੀਆਂ ਜਾਨਾਂ ਜਿਹੜੀਆਂ ਉਹ ਚਲੀਆਂ ਗਈਆਂ ਨੇ। ਸੋ ਇਸ ਕਾਰਨ ਕਰਕੇ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਤੇ ਕਿਸਾਨਾਂ ਨੂੰ ਵੀ ਕੇਂਦਰ ਦੇ ਨਾਲ ਅਨਕੰਡੀਸ਼ਨਲ ਗੱਲਬਾਤ ਆ, ਜਿਹੜੀ ਬਿਨਾਂ ਸ਼ਰਤ ਜਿਹੜੀ ਗੱਲਬਾਤ ਆ ਉਹ ਸ਼ੁਰੂ ਹੋਣੀ ਚਾਹੀਦੀ ਹੈ। ਕਿਉਂਕਿ ਵੱਡੀਆਂ ਵੱਡੀਆਂ ਜੰਗਾਂ ਤੋਂ ਬਾਅਦ ਵੀ ਟੇਬਲ ਟਾਕ ਹੁੰਦੀ ਆ, ਮੇਜ਼ ਤੇ ਬਹਿ ਕੇ ਗੱਲਬਾਤ ਹੁੰਦੀ, ਫਿਰ ਹੀ ਮਸਲੇ ਦਾ ਹੱਲ ਹੁੰਦਾ। 22 ਜਨਵਰੀ ਤੋਂ ਬਾਅਦ ਕੇਂਦਰ ਤੇ ਕਿਸਾਨਾਂ ਦੀ ਗੱਲਬਾਤ ਮੁੜ ਕੇ ਨਹੀਂ ਹੋਈ। ਆਪੋ ਆਪਣੀਆਂ ਸ਼ਰਤਾਂ ਨੇ ਦੋਨੇ ਪਾਸੇ। ਪਰ ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ, ਅਸੀਂ ਹਰਿਆਣਾ ਸਰਕਾਰ ਤੱਕ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੁੱਖ ਮੰਤਰੀ ਤੱਕ ਪਹੁੰਚ ਕੀਤੀ, ਸੰਯੁਕਤ ਕਿਸਾਨ ਮੋਰਚੇ ਤੱਕ ਪਹੁੰਚ ਕੀਤੀ। ਸਾਡੀ ਜਿਹੜੀ ਕੋਸ਼ਿਸ਼ ਹੈ, ਅਸੀਂ ਯਤਨਸ਼ੀਲ ਹਾਂ ਕਿ ਕੇਂਦਰ ਤੇ ਕਿਸਾਨਾਂ ਦੇ ਵਿੱਚ ਗੱਲਬਾਤ ਜਿਹੜੀ ਆ ਸ਼ੁਰੂ ਹੋਵੇ ਤੇ ਇਸ ਮਸਲੇ ਦਾ ਹੱਲ ਹੋਵੇ। ਇਹ ਲਾਠੀਆਂ, ਇਹ ਲਾਠੀ ਚਾਰਜ, ਇਹ ਤਸ਼ੱਦਦ ਕਿਸੇ ਮਸਲੇ ਦਾ ਹੱਲ ਨਹੀਂ। ਸਿੰਘ ਸਾਹਿਬ, ਜਿਹੜੀ ਸਰਕਾਰ ਹੈਗੀ ਹੈ ਕੇਂਦਰ ਦੀ, ਉਹ ਕਹੀ ਹੈ ਕਿ ਅਸੀਂ ਸੋਧ ਕਰ ਦਿੰਦੇ ਹਾਂ। ਤੁਹਾਨੂੰ ਲੱਗਦਾ ਕਿ ਕਿਸਾਨਾਂ ਨੂੰ ਸੋਧ ਦੇ ਵਿੱਚ ਮੰਨ ਲੈਣਾ ਚਾਹੀਦਾ? ਦੇਖੋ, ਜਿਹੜੇ ਕੇਂਦਰ ਤੇ ਕਿਸਾਨ, ਇਹਨਾਂ ਨੂੰ ਇੱਕ ਮੇਜ਼ ਤੇ ਬੈਠਣਾ ਚਾਹੀਦਾ। ਸਹੀ ਕੀ ਆ, ਸਹੀ ਕੀ ਆ, ਚਲੋ ਕੋਈ ਨਹੀਂ, 11 ਹੋ ਗਈਆਂ, 11 ਫਿਰ ਵੀ ਹੋ ਸਕਦੀਆਂ ਨੇ। ਨਾ ਤਾਂ ਸਰਕਾਰ ਜਿਹੜੀ ਆ ਉਹ ਆਪਣੀ ਚੁਣੀ ਹੋਈ ਆ ਤੇ ਜਿਹੜੇ ਕਿਸਾਨ ਆ ਉਹ ਵੀ ਕੋਈ ਤਾਲਿਬਾਨ ਨਹੀਂ, ਬਾਹਰੋਂ ਨਹੀਂ ਆਏ ਹੋਏ, ਆਪਣੇ ਇੱਥੋਂ ਦੇ ਵਸਿੰਦੇ ਆ, ਦੇਸ਼ ਦੇ। ਇਹਨਾਂ ਨਾਲ ਗੱਲਬਾਤ ਹੋਰ 11 ਦੌਰ ਦੀ ਗੱਲਬਾਤ ਚੱਲ ਜਾਵੇ, ਕੋਈ ਵੱਡੀ ਗੱਲ ਨਹੀਂ ਆ। ਪਰ ਇਸ ਮਸਲੇ ਦਾ ਹੱਲ ਹੋਣਾ ਚਾਹੀਦਾ। ਸਹੀ ਕੀ ਆ, ਗਲਤ ਕੀ ਆ, ਇਹ ਕੇਂਦਰ ਤੇ ਕਿਸਾਨਾਂ ਨੂੰ ਬੈਠ ਕੇ ਮੇਜ਼ ਤੇ ਹੀ ਤੈਅ ਕਰਨਾ, ਕਿੱਥੇ ਜਾ ਕੇ ਮਸਲਾ ਜਿਹੜਾ ਹੈਗਾ ਉਹ ਹੱਲ ਹੁੰਦਾ। ਬੜੇ ਬੜੇ ਵੱਡੇ ਮਸਲੇ ਹੁੰਦੇ ਆ। ਇੱਧਰ ਦੇਖੋ, ਪਹਿਲਾਂ ਪੰਜਾਬ ਦੇ ਵਿੱਚ ਗੰਨੇ ਦਾ ਮਸਲਾ ਸੀਗਾ, ਕਿਸਾਨਾਂ ਦਾ ਸਰਕਾਰ ਦੇ ਨਾਲ ਕੀਤਾ, ਕਿਸਾਨਾਂ ਦਾ ਸਰਕਾਰ ਨੇ 35 ਰੁਪਏ ਰੇਟ ਵਧਾ ਦਿੱਤਾ, ਗੰਨੇ ਦਾ ਮਸਲਾ ਹੱਲ ਹੋ ਗਿਆ। ਇਸੇ ਤਰ੍ਹਾਂ ਕੇਂਦਰ ਦੇ ਵਿੱਚ ਜਿਹੜਾ ਸਾਡਾ ਸਰਕਾਰ ਨੂੰ ਮੰਨਣਾ ਚਾਹੀਦਾ ਤੇ ਕਿਸਾਨਾਂ ਤੇ ਕੇਂਦਰ ਦਾ ਜਿਹੜਾ ਇਹ ਇਸ ਵੇਲੇ ਟਕਰਾਅ ਦੀ ਸਥਿਤੀ ਬਣੀ ਹੋਈ ਆ, ਇਹਦੇ ਤੋਂ ਜਿਹੜਾ ਹੈਗਾ ਸਾਨੂੰ ਪਿੱਛੇ ਹਟਣਾ ਚਾਹੀਦਾ ਤੇ ਸਰਕਾਰ ਨੂੰ ਕਿਸਾਨਾਂ ਦੀਆਂ ਜਿਹੜੀਆਂ ਹੱਕੀ ਮੰਗਾਂ ਨੇ, ਜਾਇਜ਼ ਮੰਗਾਂ ਨੇ, ਜੋ ਉਹ ਮੰਨਣੀਆਂ ਚਾਹੀਦੀਆਂ। ਜੇ ਪੰਜਾਬ ਸਰਕਾਰ ਨੇ ਮੰਗਾਂ ਮੰਨ ਲਈਆਂ ਤਾਂ ਹਰਿਆਣਾ ਸਰਕਾਰ ਨੂੰ ਨਹੀਂ ਚਾਹੀਦਾ ਕਿ ਜਿਹੜੇ ਉਹਨਾਂ ਦੇ ਉੱਤੇ ਪਰਚੇ ਦਰਜ ਕੀਤੇ ਆ ਜਾਂ ਸੱਟਾ ਪਿੱਟਾ ਲੱਗਿਆ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ, ਜੋ ਕਿਸਾਨਾਂ ਦੀ ਮੰਗ ਹੈ ਉਹ ਪੂਰੀ ਕੀਤੀ ਜਾਵੇ? ਦੇਖੋ, ਸਰਕਾਰਾਂ ਹਮੇਸ਼ਾ ਦਿੰਦੀਆਂ ਨੇ ਮੁਆਵਜ਼ਾ, ਕੋਈ ਐਸੀ ਗੱਲ ਨਹੀਂ। ਮੈਂ ਪੰਜਾਬ ਸਰਕਾਰ ਨੂੰ ਵੀ ਕਹਿਣਾ ਤੇ ਹਰਿਆਣਾ ਸਰਕਾਰ ਨੂੰ ਵੀ ਕਹਿਣਾ ਕਿ ਜਿਨ੍ਹਾਂ ਬੇਦੋਸ਼ੇ ਵਿਚਾਰੇ 1.5 2-2 ਕਿੱਲੇ ਵਾਲੇ ਜ਼ਮੀਨਾਂ ਦੇ ਮਾਲਕ ਜਾਂ ਜਿਹੜੇ ਮਜ਼ਦੂਰ ਜਿਨ੍ਹਾਂ ਦੀਆਂ ਜਾਨਾਂ ਚਲੀਆਂ ਗਈਆਂ, ਸਰਕਾਰਾਂ ਨੂੰ ਕੋਈ ਫਰਕ ਨਹੀਂ ਪੈਂਦਾ। ਸਰਕਾਰਾਂ ਇਹਨਾਂ ਲੋਕਾਂ ਦਾ ਟੈਕਸ ਲੈ ਕੇ ਹੀ ਚੱਲਦੀਆਂ ਨੇ ਤੇ ਉਹਨਾਂ ਦਾ ਮੁਆਵਜ਼ਾ ਜਿਹੜਾ, ਚਾਹੇ ਹਰਿਆਣਾ, ਪੰਜਾਬ, ਚਾਹੇ ਕੋਈ ਹੋਰ ਸਟੇਟ ਵੀ ਆ, ਤੇ ਜਿਹੜੇ ਗਰੀਬ ਲੋਕ ਆ ਉਹਨਾਂ ਨੂੰ ਮੁਆਵਜ਼ਾ ਜ਼ਰੂਰ ਸਰਕਾਰਾਂ ਨੂੰ ਦੇਣਾ ਚਾਹੀਦਾ। ਕਰਨਾਲ 'ਚ ਜੋ ਕੁਝ ਹੋਇਆ ਵਾ, ਪ੍ਰਸ਼ਾਸਨ ਦਾ ਕਿੱਦਾਂ ਦਾ ਰੁਖ ਵੇਖਦੇ ਜੀ? ਕੀ ਵਤੀਰਾ ਸਮਝਦੇ? ਦੇਖੋ, ਇਹ ਸਾਰੇ ਹਾਲਾਤ ਜਿਹੜੇ ਵਿੱਚ ਹੁੰਦੇ ਉਹਨਾਂ ਨੂੰ ਸਾਰਾ ਪਤਾ ਹੁੰਦਾ। ਜੋ ਵੀ ਹਾਲਾਤ ਬਣ ਰਹੇ ਆ, ਮੈਂ ਪਹਿਲਾਂ ਬੇਨਤੀ ਕਰ ਚੁੱਕਾ ਕਿ ਹਾਲਾਤ ਜਿਹੜੇ ਆ ਬੜੇ ਡੇਂਜਰ ਬਣ ਰਹੇ ਆ। ਵਾਇਲੈਂਸ ਪੈਦਾ ਹੋ ਰਹੀ ਆ, ਅਮਨ ਸ਼ਾਂਤੀ ਨੂੰ ਖਤਰਾ ਹੋ ਰਿਹਾ। ਇਸ ਕਾਰਨ ਹੀ ਮੈਂ ਕਹਿ ਰਿਹਾ ਕਿ ਕੇਂਦਰ ਤੇ ਕਿਸਾਨਾਂ ਨੂੰ ਇੱਕ ਮੰਚ ਤੇ ਬਹਿਣਾ ਚਾਹੀਦਾ। ਇਸ ਤਰ੍ਹਾਂ ਦੇ ਹਾਲਾਤ ਜਿਹੜੇ ਆ ਉਹ ਨਹੀਂ ਪੈਦਾ ਹੋਣੇ ਚਾਹੀਦੇ। ਸਾਡੇ ਵਿੱਚ ਵੀ, ਸਾਡੇ ਵਿੱਚੋਂ ਹੀ ਬੱਚੇ ਜਿਹੜੇ ਆ ਪੁਲਿਸ ਦੇ ਵਿੱਚ, ਫੌਜ ਦੇ ਵਿੱਚ, ਸਾਡੇ ਹੀ ਭੈਣ ਭਰਾ, ਸਾਡੇ ਹੀ ਬੱਚੇ ਭਰਤੀ ਹੁੰਦੇ, ਉਹ ਕਿਤੇ ਬਾਹਰੋਂ ਨਹੀਂ ਆਉਂਦੇ। ਸਾਡੇ ਵਰਗਾ ਮਾਦਾ ਉਹਨਾਂ ਦਾ, ਸਾਡੀ ਵੀ ਕੋਈ ਬਰਦਾਸ਼ਤ ਦੀ ਹੱਦ ਆ, ਉਹਨਾਂ ਦੀ ਵੀ ਬਰਦਾਸ਼ਤ ਦੀ ਹੱਦ ਆ, ਪਰ ਉਹ ਡਿਸਪਲਿਨ ਫੋਰਸ ਹੁੰਦੀ, ਉਹਨਾਂ ਨੂੰ ਥੋੜਾ ਡਿਸਪਲਿਨ ਰੱਖਣਾ ਚਾਹੀਦਾ। ਸਾਡੇ ਜਿਹੜੇ ਅਸੀਂ ਧਰਨੇ ਮੁਜ਼ਾਹਰੇ ਕਰਨ ਵਾਲੇ ਹੁੰਦੇ ਆ, ਅਨਡਿਸਪਲਿਨ ਫੋਰਸਾਂ ਹੁੰਦੀਆਂ ਨੇ, ਪਰ ਜਿਹੜੀ ਫੌਜ ਆ ਚਾਹੇ ਪੁਲਿਸ ਆ ਉਹ ਡਿਸਪਲਿਨ ਫੋਰਸ ਹੁੰਦੀ ਆ। ਉਹਨਾਂ ਨੂੰ ਜ਼ਰੂਰ ਖਿਆਲ ਰੱਖਣਾ ਚਾਹੀਦਾ ਕਿ ਅਸੀਂ ਜਿਹੜਾ ਹੱਲ ਗੱਲਬਾਤ ਨਾਲ ਹੋ ਸਕਦਾ, ਪਿਆਰ ਨਾਲ ਹੋ ਸਕਦਾ, ਉੱਥੇ ਲਾਠੀਆਂ ਡੰਡਿਆਂ ਦੀ ਲੋੜ ਨਹੀਂ ਹੁੰਦੀ, ਉੱਥੇ ਲਾਠੀਆਂ ਡੰਡਿਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਐਸਜੀਪੀਸੀ ਨੇ ਪੂਰੇ ਹੱਥ ਅੱਗੇ ਵਧਾਏ ਆ ਜੀ ਆਪਣਾ, ਉੱਥੇ ਦੀ ਜੋ ਵੀ ਕਹਿੰਦੇ ਹਰ ਲੰਗਰ ਤਰ੍ਹਾਂ ਦੇ ਪ੍ਰਬੰਧ ਕੀਤੇ ਜਾਣਗੇ। ਦੇਖੋ, ਮੈਂ ਸ਼ਲਾਘਾ ਕਰਦਾ, ਉਹਨਾਂ ਨੂੰ ਕਰਨੀ ਚਾਹੀਦੀ ਆ। ਵੈਸੇ ਤੁਹਾਨੂੰ ਵੀ ਸੱਚਾਈ ਦਾ ਪਤਾ ਕਿ ਬਾਦਲ ਬੀਜੇਪੀ ਅਲਾਇੰਸ ਟੁੱਟਾ ਹੋਇਆ ਤੇ ਤਾਂ ਕਰਕੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੰਗਰ ਲਾ ਰਹੀ ਆ। ਜੇਕਰ ਬਾਦਲ ਬੀਜੇਪੀ ਅਲਾਇੰਸ ਅੱਜ ਹੁੰਦਾ ਤਾਂ ਤੁਸੀਂ ਪਾਣੀ ਦਾ ਗਲਾਸ ਵੀ ਸ਼੍ਰੋਮਣੀ ਕਮੇਟੀ ਨੂੰ ਪਿਆਉਂਦਾ ਦੇਖ ਲੈਂਦੇ। ਕਿਤੇ ਕਿਸਾਨਾਂ ਨੂੰ ਇਹਨਾਂ ਪਾਣੀ ਦਾ ਗਲਾਸ ਵੀ ਨਹੀਂ ਸੀ ਪਿਆਉਣਾ।
ਪਰ ਅੱਜ ਬਾਦਲ ਬੀਜੇਪੀ ਅਲਾਇੰਸ ਟੁੱਟਾ ਕਰਕੇ ਉਹ ਕਰ ਰਹੇ ਆ, ਪਰ ਅਸੀਂ ਸ਼ਲਾਘਾ ਕਰਦੇ ਹਾਂ। ਉੱਥੇ ਲੰਗਰਾਂ ਦੀ ਲੋੜ ਆ, ਪ੍ਰਬੰਧਾਂ ਦੀ ਲੋੜ ਆ ਤੇ ਕਰ ਰਹੇ ਆ, ਸ਼ਲਾਘਾ ਕਰਦੇ ਹਾਂ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਆਪਣੀ ਸਮਰੱਥਾ ਅਨੁਸਾਰ ਕਿਸਾਨ ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਪਾ ਰਹੀ ਤੇ ਮੈਂ ਵਾਹਿਗੁਰੂ ਅੱਗੇ ਅਰਦਾਸ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਦਰਸ਼ਨ ਕਰਨ ਆਏ, ਇੱਥੇ ਵੀ ਅਰਦਾਸ ਕੀਤੀ ਹੈ ਕਿ ਸੱਚੇ ਪਾਤਸ਼ਾਹ ਕਿਰਪਾ ਕਰੋ ਜਿਹੜਾ ਕਿਸਾਨੀ ਸੰਘਰਸ਼ ਚੱਲ ਰਿਹਾ ਹੈ ਸਫਲਤਾ ਦੇ ਨਾਲ ਸਮਾਪਤ ਹੋਵੇ। ਸਿੱਖ ਸਾਹਿਬ, ਪਿਛਲੇ ਦਿਨੀ ਤੁਸੀਂ ਸਾਬਕਾ ਜਿਹੜਾ ਸੀ ਜਾਂਚ ਅਧਿਕਾਰੀ ਬੇਅਦਬੀ ਮਾਮਲੇ ਦਾ ਆਈਜੀ ਕੁਵਰ ਵਿਜੇ ਪ੍ਰਤਾਪ ਤੁਹਾਡੇ ਵੱਲੋਂ ਸਨਮਾਨਿਤ ਕੀਤਾ ਗਿਆ, ਇਸ ਦੇ ਬਾਅਦ ਵਿੱਚ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ, ਕਿਵੇਂ ਵੇਖਦੇ ਹੋ ਤੁਸੀਂ? ਜੋ ਉਹਨਾਂ ਨੇ ਪਹਿਲਾਂ ਕੰਮ ਕੀਤਾ ਸੀ ਅਸੀਂ ਉਸ ਦੀ ਸ਼ਲਾਘਾ ਕੀਤੀ ਤੇ ਅਸੀਂ ਉਸੇ ਦਿਨ ਕਹਿਤਾ ਸੀ ਅਸੀਂ 골ਡ ਮੈਡਲ ਜੋ ਕੀਤੀ ਸੇਵਾ ਉਹਦਾ ਪਾ ਰਹੇ ਹਾਂ, ਕੋਈ ਗਲ 'ਚ ਰੱਸਾ ਨਹੀਂ ਪਾ ਰਹੇ ਕਿਸੇ ਦੇ। ਅਸੀਂ ਸਨਮਾਨ ਕੀਤਾ ਪਹਿਲਾਂ ਦਾ, ਅਗਲੇ ਦੀ ਮਰਜ਼ੀ ਆ, ਉਹ ਚਾਹੇ ਪੰਜੇ 'ਚ ਜਾਵੇ, ਚਾਹੇ ਝਾੜੂ 'ਚ ਜਾਵੇ, ਚਾਹੇ ਫੁੱਲ 'ਚ ਜਾਵੇ, ਹਰੇਕ ਬੰਦੇ ਨੂੰ ਸਿਆਸਤ ਵਿੱਚ ਆਉਣ ਦਾ ਹੱਕ ਆ, ਆਜ਼ਾਦੀ ਆ। ਇਹ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਨਿੱਜੀ ਮਸਲਾ ਸੀ ਵੀ ਉਹਨੇ ਕਿਸ ਪਾਰਟੀ 'ਚ ਜਾਣਾ, ਕਿਸ 'ਚ ਨਹੀਂ ਜਾਣਾ। ਸਾਨੂੰ ਇਸ ਗੱਲ ਤੇ ਕੋਈ ਇਤਰਾਜ਼ ਨਹੀਂ। ਅਸੀਂ ਜੋ ਪਹਿਲਾਂ ਜੋ ਪੰਥ ਦੇ ਵਿੱਚ ਆਵਾਜ਼ ਆ ਰਹੀ ਸੀ ਕਿ ਉਹਨੇ ਜਾਂਚ ਕੀਤੀ ਹੈ, ਜਥੇਬੰਦੀਆਂ ਵੀ ਸੰਤੁਸ਼ਟ ਸੀ, ਸ਼ਹੀਦਾਂ ਦੇ ਪਰਿਵਾਰ ਵੀ ਸੰਤੁਸ਼ਟ ਸੀ, ਜਿਹੜੇ ਜ਼ਖਮੀ ਸੀ ਉਹ ਵੀ ਕੁੰਵਰ ਵਿਜੇ ਪ੍ਰਤਾਪ ਵਾਲੀ ਜਾਂਚ ਤੋਂ ਸੰਤੁਸ਼ਟ ਸਨ, ਤਾਂ ਕਰਕੇ ਉਹਨਾਂ ਦਾ ਸਨਮਾਨ ਜਿਹੜਾ ਸਾਰੀਆਂ ਸਿੱਖ ਜਥੇਬੰਦੀਆਂ ਨੇ ਦਰਬਾਰ ਸਾਹਿਬ ਕੰਪਲੈਕਸ ਦੇ ਬਾਹਰ ਜਿਹੜਾ ਸੀ ਉਹ ਕੀਤਾ ਸੀ। ਠੀਕ ਹੈ।